फतेह। जैत श्री महला पंजवा। कोई जन हर स्यों देवै जोर। दो शब्द आपां अक्सर समाज अंदर ਜਾਂ ਵਿਦਵਾਨਾਂ ਦੀਆਂ ਲਿਖਤਾਂ ਦੇ ਅੰਦਰ ਪੜ੍ਹਦੇ ਆ, ਇੱਕ ਖੰਡਨ ਤੇ ਇੱਕ ਮੰਡਨ। ਖੰਡਨ ਦਾ ਭਾਵ ਹੁੰਦਾ ਕਿਸੇ ਚੀਜ਼ ਨੂੰ ਨਿਕਾਰ ਦੇਣਾ ਕਿ ਅਸੀਂ ਨਹੀਂ ਮੰਨਦੇ। ਮੰਡਨ ਦਾ ਹੁੰਦਾ ਸਵੀਕਾਰ ਕਰ ਲੈਣਾ। ਇਸੇ ਤਰ੍ਹਾਂ ਜਿੱਥੇ ਸਤਿਗੁਰੂ ਦੀ ਬਾਣੀ ਆਪਾਂ ਪੜ੍ਹਦੇ ਆ, ਸੱਚ ਦੇ ਨਾਲ ਜੁੜਨ ਦੀ ਤਾਕੀਦ ਕੀਤੀ ਤੇ ਝੂਠ ਨੂੰ ਛੱਡਣ ਦੀ ਤਾਕੀਦ ਕੀਤੀ। ਉਸੇ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਨੇ ਭੇਖੀ ਜਿਹੜੇ ਨੇ, ਕਰਮਕਾਂਡੀ ਜਿਹੜੇ ਨੇ, ਕੇਵਲ ਪਹਿਰਾਵੇ ਕਰਕੇ ਦੁਨੀਆ ਨੂੰ ਭਰਮਾ ਰਹੇ ਨੇ, ਉਹਨਾਂ ਸੰਤਾਂ ਤੋਂ ਬਚਣਾ, ਉਹਨਾਂ ਦਾ ਮਰਜ਼ ਨੇ ਖੰਡਨ ਕੀਤਾ। ਪਰ ਜਿਹੜੀਆਂ ਜੁੜੀਆਂ ਰੂਹਾਂ ਨੇ ਉਹਨਾਂ ਦਾ ਮਰਜ਼ ਨੇ ਮੰਡਨ ਕੀਤਾ। ਭਾਵ ਕਿ ਦੋਨੋਂ ਸੰਕਲਪ ਬਾਣੀ ਅੰਦਰ ਰੱਖੇ। ਜਦੋਂ ਅਸੀਂ ਖੰਡਨ ਵਾਲਿਆਂ ਦੀ ਗੱਲ ਕਰਦੇ ਹਾਂ ਤੇ ਉੱਥੇ ਗੁਰੂ ਸਾਹਿਬ ਨੇ ਸਾਨੂੰ ਤੁਕਾਂ ਬਖਸ਼ੀਆਂ ਨੇ ਕਿ ਗੱਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਕ ਇਹ ਹਰ ਕੇ ਸੰਤ ਨਾ ਆਖੀਆਂ ਬਾਨਾਰਸ ਕੇ ਠੱਗ। ਕਹਿੰਦੇ ਦੁਨੀਆ ਨੂੰ ਲੁੱਟਣ ਲਈ ਇਹਨਾਂ ਨੇ ਭੇਖ ਜਿਹੜਾ ਉਹ ਧਰਮ ਦਾ ਪਾਇਆ, ਪਰ ਇਹ ਖੁਦ ਅੰਦਰੋਂ ਜਿਹੜੇ ਉਹ ਸੰਤ ਜਾਂ ਧਰਮੀ ਨਹੀਂ। ਪਰ ਜਦੋਂ ਮੰਡਣ ਦੀ ਗੱਲ ਕਰਦੇ ਆ ਉੱਥੇ ਫਿਰ ਸਤਿਗੁਰੂ ਪਿਤਾ ਜੀ ਕਹਿੰਦੇ ਨੇ ਕਿ ਪਰਮੇਸ਼ਰ ਦੇ ਅੰਦਰ ਤੇ ਪਰਮੇਸ਼ਰ ਦੇ ਭਗਤਾਂ 'ਚ ਰੱਤੀ ਜਿੰਨਾ ਫਰਕ ਨਾ ਸਮਝੋ। ਇੱਕ ਅਸੀਂ ਸ਼ਬਦ ਤੋਂ ਸਤਿਗੁਰੂ ਦੇ ਇਸ ਮੁੱਖ ਵਾਕ ਦੀ ਸ਼ੁਰੂਆਤ ਜਦੋਂ ਕਰਦੇ ਆ, ਪਰਮਾਤਮਾ ਨੂੰ ਪਾਉਣ ਦੇ ਲਈ ਲੋਕਾਂ ਨੇ ਬੜੇ ਯਤਨ ਕੀਤੇ। ਉੱਥੇ ਮਹਾਰਾਜ ਕਹਿੰਦੇ ਨਾ ਤੂੰ ਆਵੈ ਵਸ ਬਹੁਤ ਘਿਨਾਵਨੇ, ਨਾ ਤੂੰ ਆਵੈ ਵਸ ਵੇਦ ਪੜਾਵਨੇ। ਘਿਨਾਵਨੇ ਦੇ ਅਰਥ ਨੇ ਸੰਗਤ ਜੀ ਗੱਲਾਂ ਨਾਲ ਅਸੀਂ ਜੇ ਕਹੀਏ ਚਤੁਰਾਈਆਂ ਸਿਆਣਪਾਂ ਨਾਲ, ਜਿਵੇਂ ਅਸੀਂ ਦੁਨੀਆ ਨੂੰ ਭਰਮਾ ਕੇ ਜਾਂ ਕਹਿ ਲਓ ਦੁਨੀਆ ਨੂੰ ਬੁੱਧੂ ਬਣਾ ਕੇ ਕੋਈ ਸ਼ੈ ਦੀ ਪ੍ਰਾਪਤੀ ਕਰ ਲਈਏ। ਜੇ ਕਹੀਏ ਰੱਬ ਵੀ ਇੱਦਾਂ ਮਿਲੇ, ਮਹਾਰਾਜ ਨੇ ਘਿਨਾਵਨੇ ਸ਼ਬਦ ਉਹਨਾਂ ਲਈ ਵਰਤਿਆ ਕਿ ਪਰਮਾਤਮਾ ਸਾਡੀਆਂ ਸਿਆਣਪਾਂ ਚਤੁਰਾਈਆਂ ਜਾਂ ਕਹਿ ਲਓ ਕਿ ਛਲਾਵਿਆਂ ਦੇ ਨਾਲ ਨਹੀਂ ਰਿੱਝਦਾ। ਪਾਤਸ਼ਾਹ ਜੀ ਕਹਿੰਦੇ ਵੇਦ ਪੜ੍ਹਨੇ ਮਾੜੀ ਗੱਲ ਨਹੀਂ, ਪਰ ਵੇਦਾਂ ਨੂੰ ਕੇਵਲ ਪੜ੍ਹਨ ਦੇ ਨਾਲ ਵੀ ਰੱਬ ਨਹੀਂ ਪ੍ਰਾਪਤ ਹੁੰਦਾ ਜਦੋਂ ਤੱਕ ਪੜ੍ਹੇ ਹੋਏ ਗਿਆਨ ਤੇ ਅਮਲ ਕਰਕੇ ਕਰਮ ਹੋ ਜੇ ਨਾ ਕਰੀਏ। ਸਤਿਗੁਰੂ ਪਿਤਾ ਕਹਿੰਦੇ ਨਾ ਤੂੰ ਆਵੈ ਵਸ ਤੀਰਥ ਨਹਾਈਐ, ਨਾ ਤੂੰ ਆਵੈ ਵਸ ਧਰਤੀ ਧਾਈਐ। ਜੇ ਕੋਈ ਕਵੇ ਮੈਂ ਤੇ ਬਹੁਤ ਵਾਰ ਤੀਰਥਾਂ ਦਾ ਰੱਟਣ ਕਰਦਾ, ਹਰ ਮਹੀਨੇ ਫਲਾਣੇ ਥਾਂ ਤੇ ਜਾਣਾ, ਸਾਲ 'ਚ ਇੱਕ ਵਾਰੀ ਮੈਂ ਫਲਾਣੇ ਥਾਂ, ਮਹਾਰਾਜ ਕਹਿੰਦੇ ਧਰਮੀ ਬਣ ਕੇ ਤੀਰਥਾਂ 'ਚ ਇਸ਼ਨਾਨ ਕਰਨਾ ਮਾੜਾ ਨਹੀਂ। ਪਰ ਜੇ ਤਨ ਨੂੰ ਨਿਭਾਈ ਗਿਆ, ਤਨ ਦੇ ਸਫ਼ਰ ਕਰੀ ਗਿਆ, ਮਨ ਆਤਮਾ ਨਿਰਮਲ ਨਾ ਕੀਤੀ, ਸੁਰਤ ਦਾ ਕਦੇ ਸਫ਼ਰ ਨਾ ਕੀਤਾ, ਤੇ ਫਿਰ ਪਾਤਸ਼ਾਹ ਕਹਿੰਦੇ ਉਹ ਪਰਮਾਤਮਾ ਵਸ 'ਚ ਨਹੀਂ ਆਉਂਦਾ, ਉਹਦੀ ਪ੍ਰਾਪਤੀ ਨਹੀਂ। ਤੇ ਅੱਗੇ ਮਹਾਰਾਜ ਨੇ ਸ਼ਬਦ ਵਰਤਿਆ ਧਰਤੀ ਧਾਈ ਆ। ਇਹਦੇ ਅਰਥ ਨੇ ਕੋਈ ਕਵੇ ਜੀ ਮੈਂ ਘਰ-ਬਾਰ ਛੱਡ ਦੇਣਾ, ਇਹ ਤਾਂ ਮੋਹ ਮਾਇਆ, ਇਹ ਸੰਸਾਰ ਝੂਠਾ ਹੈ, ਪਰਿਵਾਰ ਝੂਠਾ ਹੈ, ਮੈਂ ਤੇ ਵੈਰਾਗੀ ਹੋ ਕੇ ਜੰਗਲਾਂ 'ਚ ਭਟਕਾਂਗਾ ਤੇ ਮੈਨੂੰ ਰੱਬ ਮਿਲ ਜਾਏਗਾ। ਮਹਾਰਾਜ ਕਹਿੰਦੇ ਇੱਦਾਂ ਵੀ ਨਹੀਂ ਮਿਲਣਾ, ਕਿਉਂਕਿ ਬੁੱਲੇ ਸ਼ਾਹ ਇੱਕ ਗੱਲ ਕਹਿੰਦੇ ਜੇ ਰੱਬ ਮਿਲਦਾ ਨਹਾਤਿਆਂ ਧੋਤਿਆਂ ਤਾਂ ਮਿਲਦਾ ਮੱਛੀਆਂ ਡੱਡੀਆਂ, ਜੇ ਰੱਬ ਮਿਲਦਾ ਜੰਗਲ ਭਵਿਆਂ ਤਾਂ ਮਿਲਦਾ ਗਾਈਆਂ ਮੱਝੀਆਂ, ਜਾਂ ਬੁੱਲਿਆ ਰੱਬ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੀਆਂ ਨੀਅਤਾਂ ਨੇ ਸੱਚੀਆਂ। ਸੋ ਸਤਿਗੁਰੂ ਪਿਤਾ ਜੀ ਕਹਿੰਦੇ ਫਿਰ ਅੱਗੇ ਜਦੋਂ ਇਹ ਅਸੀਂ ਚਾਰ ਤੁਕਾਂ ਪੜ੍ਹੀਆਂ ਨਾ, ਮਹਾਰਾਜ ਕਹਿੰਦੇ ਨਾ ਤੂੰ ਆਵੈ ਵਸ ਕਿਤੈ ਸਿਆਣਪੈ। ਤੇ ਇਹੀ ਗੱਲ ਜਪਜੀ ਸਾਹਿਬ 'ਚ ਪੜ੍ਹਦੇ ਆ, ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਅੱਗੇ ਹੈ ਨਾ ਤੂੰ ਆਵੈ ਵਸ ਬਹੁਤਾ ਦਾਨ ਦੇ। ਵੇਖੋ ਸੰਗਤ ਜੀ ਬੜੀ ਵਾਰੀ ਇੱਥੇ ਬੇਨਤੀ ਕੀਤੀ, ਦਾਨ ਕਰਨਾ ਮਾੜੀ ਗੱਲ ਨਹੀਂ, ਪਰ ਪਾਤਸ਼ਾਹ ਜੀ ਕਹਿੰਦੇ ਦਾਨ ਕੀਤਿਆਂ ਇੱਕ ਚੰਗਾ ਗੁਣ ਹੋ ਸਕਦਾ, ਪਰਮਾਤਮਾ ਦੀ ਪ੍ਰਾਪਤੀ ਨਹੀਂ ਇਹਦੇ ਨਾਲ ਹੋਣੀ। ਉੱਥੇ ਸਾਨੂੰ ਸਵਾਸਾਂ ਦਾ ਦਾਨ ਕਰਨੇ ਪੈਣਾ। ਇਸ ਕਰਕੇ ਦਾਨ ਦਾ ਵੀ ਮਹਾਰਾਜ ਨੇ ਫਿਰ ਇਹ 6 ਤੁਕਾਂ ਤੋਂ ਬਾਅਦ ਕਿਹਾ ਸਭ ਕੋ ਤੇਰੇ ਵਸ ਅਗੰਮ ਅਗੋਚਰਾ। ਪਰਮਾਤਮਾ ਸਾਰੀ ਕਾਇਨਾਤ ਵਿੱਚ ਵਸਦੇ ਜੀ ਤੇਰੇ ਵਸ 'ਚ ਨੇ, ਪਰ ਤੂੰ ਕਿਹਨਾਂ ਦੇ ਵਸ 'ਚ ਹੈ? ਸਭ ਕੋ ਤੇਰਾ ਵਸ ਅਗਮ ਅਗੋਚਰਾ। ਤੂੰ ਭਗਤਾਂ ਕੈ ਵਸ, ਭਗਤਾਂ ਤਾਨ ਤੇਰਾ, ਕਿਉਂਕਿ ਭਗਤ ਤੈਨੂੰ ਦਿਨ ਰਾਤ ਜਪਦੇ ਆ, ਤੇਰੇ ਨਾਮ ਦਾ ਅਭਿਆਸ ਕਰਦਾ, ਇਸ ਕਰਕੇ ਤੂੰ ਭਗਤਾਂ ਦੇ ਵਸ ਹੈ। ਸੋ ਉਹਨਾਂ ਭਗਤਾਂ ਦੀ, ਉਹਨਾਂ ਜਨਾਂ ਦੀ ਅੱਜ ਗੁਰੂ ਅਰਜਨ ਦੇ ਪਿਤਾ ਤਰਲਾ ਲੈ ਕੇ ਅਰਦਾਸ ਕਰਦੇ ਸਾਨੂੰ ਜੋੜ ਦਿਓ ਭਾਈ। ਕੋਈ ਜਨ ਹਰ ਸਿਉ ਦੇਵੈ ਜੋਰ, ਸਾਨੂੰ ਟੁੱਟਿਆਂ ਨੂੰ ਵਾਹਿਗੁਰੂ ਜੀ ਨਾਲ ਜੋੜ ਦਿਓ। ਭਗਤ ਕਬੀਰ ਜੀ ਨੇ 4 ਕੁ ਤੁਕਾਂ ਦਾ ਇੱਕ ਪਾਠ ਬਖਸ਼ਿਆ ਕਿ ਉਹ ਜਨ ਦੇ ਲੱਛਣ ਕਿਹੋ ਜਿਹੇ ਹੋਣੇ ਚਾਹੀਦੇ।
ਤੇ ਕਬੀਰ ਜੀ ਕਹਿੰਦੇ ਜਿਵੇਂ ਇੱਕ ਰਾਹ ਦਾ ਰੋੜਾ ਹੁੰਦਾ ਨਾ, ਉਦਾਂ ਦਾ ਜਨ ਹੋਵੇ, ਉਹਦੇ 'ਚ ਗੁਣ ਹੋਵਣ। ਕਿਉਂਕਿ ਦੇਖੋ ਅਸੀਂ ਜਦੋਂ ਤੁਰਦੇ ਹਾਂ, ਸਾਡੇ ਪੈਰਾਂ 'ਚ ਕੋਈ ਨਿੱਕੇ ਕੰਕਰੀਟ ਪੱਥਰ ਆਉਣ, ਅਸੀਂ ਠੁੱਡਾ ਵੀ ਮਾਰ ਦਿੰਦੇ ਹਾਂ ਤੇ ਉਹ ਸਾਨੂੰ ਅੱਗੋਂ ਥੋੜੀ ਪੈਂਦੇ ਕਿ ਮੈਂ ਹਮਲਾ ਕਰਦੇ ਹਾਂ, ਅਸੀਂ ਚੁੱਕ ਕੇ ਪਰੇ ਸੱਟ ਦਈਏ। ਕਹਿੰਦੇ ਇੱਦਾਂ ਦਾ ਭਗਤ 'ਚ ਗੁਣ ਹੋਣਾ ਚਾਹੀਦਾ ਕਿ ਜਿਵੇਂ ਇੱਕ ਰਾਹ ਦਾ ਰੋੜਾ, ਪਰ ਨਾਲ ਹੀ ਆਪਣੀ ਗੱਲ ਨੂੰ ਫਿਰ ਕੱਟ ਦਿੰਦੇ ਆ। ਉਹ ਕਹਿੰਦੇ ਨਹੀਂ, ਉਹਦੇ 'ਚ ਵੀ ਇੱਕ ਔਗਣ ਨੇ। ਔਗਣ ਕਿਹੜਾ? ਜਿੱਥੇ ਅਸੀਂ ਉਹਦੇ ਠੁੱਡੇ ਮਾਰਦੇ ਹਾਂ, ਕਈ ਵਾਰੀ ਉਹਦੇ ਠੇਡੇ ਲੱਗਣ ਨਾਲ ਸਾਨੂੰ ਵੀ ਸੱਟ ਲੱਗ ਜਾਂਦੀ। ਮਹਾਰਾਜ ਕਹਿੰਦੇ ਇਦਾਂ ਦਾ ਨਹੀਂ ਸੰਤ ਚਾਹੀਦਾ। ਕਬੀਰ ਰੋੜਾ ਹੋਏ ਰੋ ਬਾਟ ਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਪਰ ਨਾਲ ਹੀ ਕਹਿੰਦੇ ਕਬੀਰ ਰੋੜਾ ਹੁਆ ਤਾਂ ਕਿਆ ਭਇਆ, ਪੰਥੀ ਕੋ ਦੁਖ ਦੇ, ਐਸਾ ਤੇਰਾ ਦਾਸ ਹੈ ਜੋ ਧਰਨੀ ਮੈਂ ਖੇ। ਕਹਿੰਦੇ ਖੇ ਹੋਣੀ ਚਾਹੀਦੀ ਹੈ। ਖੇ ਭਾਵ ਘੱਟਾ, ਕਿਉਂਕਿ ਘੱਟੇ 'ਚ ਨਿਮਰਤਾ ਵੱਡੀ, ਹਮੇਸ਼ਾ ਚਰਨਾਂ 'ਚ ਰਹਿੰਦਾ ਹੈ। ਪਰ ਇਹਦੇ 'ਚ ਵੀ ਇੱਕ ਔਗਣ ਬੜਾ, ਜਦੋਂ ਤੱਕ ਤੇ ਮਰਿਆਦਾ 'ਚ ਰਵੇ ਤੇ ਚਰਨਾਂ 'ਚ ਘੱਟਾ ਰਹਿੰਦਾ ਹੈ। ਪਰ ਆ ਵੇਖੋ ਕੱਲ ਦੀਆਂ ਹਨੇਰੀਆਂ ਆ ਰਹੀਆਂ ਨਾ, ਕਹਿੰਦੇ ਨੂੰ ਥੋੜੀ ਜੀ ਹਵਾ ਮਿਲੇ, ਬਸ ਇਹੀ ਘੱਟਾ ਸਿਰ ਦੇ ਵਾਲਾਂ ਨੂੰ ਵੀ ਪੈ ਜਾਂਦਾ, ਚੰਗੇ ਭਲੀ ਸਾਡੇ ਮੁਖੜੇ ਨੂੰ ਗੰਦਾ ਕਰ ਦੂਗਾ। ਇਸ ਕਰਕੇ ਕਹਿੰਦੇ ਇਹ ਵੀ ਪੂਰਾ ਸੰਪੂਰਨ ਕੋਈ ਸੰਤ ਨਹੀਂ। ਕਬੀਰ ਖੇ ਹੋਈ ਤੋਂ ਕਿਆ ਭਇਆ, ਜੋ ਉਠ ਲਾਗੈ ਅੰਗ, ਹਰ ਜਨ ਐਸਾ ਚਾਹੀਏ ਜੋ ਪਾਣੀ ਸਰਬੰਗ। ਕਹਿੰਦੇ ਸੰਤ ਤੇ ਪਾਣੀ ਵਰਗਾ ਹੋਣਾ ਚਾਹੀਦਾ, ਕਿਉਂਕਿ ਪਾਣੀ ਨੂੰ ਨਿਰਮਲ ਮੰਨਿਆ ਗਿਆ। ਪਾਣੀ ਨੂੰ ਜਿੰਨੇ ਰੰਗਾਂ 'ਚ ਪਾਓ ਓਨੇ ਰੰਗਾਂ ਦਾ ਹੋ ਜਾਂਦਾ, ਪਰ ਉਹ ਫਿਰ ਨਿਰਮਲ ਦਾ ਆਪ ਨਿਰਮਲ ਰਹਿ ਜਾਂਦਾ। ਪਰ ਕਬੀਰ ਸਾਹਿਬ ਕਹਿੰਦੇ ਜੇ ਗੱਲ ਨਹੀਂ ਬਣੀ, ਕਿਉਂਕਿ ਪਾਣੀ 'ਚ ਵੀ ਇੱਕ ਔਗਣ ਨੇ। ਪਾਣੀ ਤੱਤਾ ਕਰੋ ਤੇ ਤੱਤਾ ਹੋ ਜਾਂਦਾ, ਠੰਡਾ ਕਰੋ ਤੇ ਠੰਡਾ ਹੋ ਜਾਂਦਾ। ਕਹਿੰਦੇ ਇਹ ਨਹੀਂ ਕਿ ਜਦੋਂ ਤੱਤਿਆਂ ਦੇ ਕੋਲ, ਦੁਸ਼ਮਣਾਂ ਦੇ ਕੋਲ, ਔਗਣਿਆਰਿਆਂ ਕੋਲ ਬੈਠਾ ਤੇ ਤੱਤਾ ਹੋ ਗਿਆ, ਸ਼ਰਾਬ ਦੇ ਤੇ ਸੰਤ ਬਣ ਕੇ। ਜਦੋਂ ਠੰਡਿਆਂ ਕੋਲ ਬੈਠਾ ਤੇ ਬਚਨ ਵਿਲਾਸ ਕਰਕੇ ਉਹਨਾਂ ਨੂੰ ਦੁਆਵਾਂ ਦਿੱਤੀਆਂ। ਕਹਿੰਦੇ ਨਹੀਂ, ਪਾਣੀ ਤੋਂ ਵੀ ਉੱਪਰ ਹੋਵੇ। ਤੇ ਫਿਰ ਕਬੀਰ ਜੀ ਨੂੰ ਪੁੱਛ ਲਿਆ ਕਿ ਨਾ ਰੋੜੇ ਵਰਗਾ, ਨਾ ਉਹ ਜਿਹੜਾ ਹੈ ਘੱਟੇ ਵਰਗਾ, ਮਿੱਟੀ ਦੇ ਕਣਾਂ ਵਰਗਾ, ਨਾ ਪਾਣੀ ਵਰਗਾ, ਫਿਰ ਕਿਹੋ ਜਿਹਾ? ਕਹਿੰਦੇ ਸੰਤ ਤੇ ਰੱਬ ਵਰਗਾ ਹੀ ਹੋਵੇ ਫਿਰ ਪੂਰਾ ਏ। ਉਹ ਰੱਬ ਵਰਗੇ ਸੰਤ ਦੀ ਫਿਰ ਚਰਨ ਧੂੜੀ ਅੱਜ ਗੁਰੂ ਅਰਜਨ ਪਿਤਾ ਜਾਂ ਉਹ ਜਗਿਆਸੂ ਮੰਗਦੇ ਨੇ। ਕਬੀਰ ਸਾਹਿਬ ਕਹਿੰਦੇ ਕਬੀਰ ਪਾਣੀ ਹੁਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਉਹ ਵਾਹਿਗੁਰੂ ਜੀ ਵਰਗਾ ਚਾਹੀਦਾ। ਸਤਿਗੁਰੂ ਗੁਰੂ ਅਰਜਨ ਦੇਵ ਪਿਤਾ ਜੀ ਨੇ ਨਾ ਉਸ ਜਨ ਦੀ ਵਡਿਆਈ ਕਰਦਿਆਂ ਸਾਨੂੰ, ਜਦੋਂ ਅਸੀਂ 8ਵੀਂ ਅਸ਼ਟਪਦੀ ਬ੍ਰਹਮ ਗਿਆਨੀ ਦੀ ਪੜ੍ਹਦੇ ਹਾਂ, ਉਹ ਲੱਛਣ ਦੱਸੇ ਆ ਕਿ ਉਹ ਜਨ, ਉਹ ਬ੍ਰਹਮ ਗਿਆਨੀ ਸੰਤ ਕਿਹੋ ਜਿਹਾ ਹੋਣਾ ਚਾਹੀਦਾ। ਤੇ ਅਕਸਰ ਅਸੀਂ ਜਦੋਂ ਇਹ ਸ਼ਲੋਕ ਪੜਾਂਗੇ, ਮਨ ਸਾਚਾ ਮੁਖ ਸਾਚਾ ਸੋਏ, ਕਹਿੰਦੇ ਧਰਮੀ ਤੇ ਜਾਂ ਮਹਾਂਪੁਰਖ ਗੁਰਸਿੱਖ 'ਚ ਇਹੀ ਹੁੰਦਾ, ਜੋ ਉਹਦੀ ਜ਼ੁਬਾਨ ਤੇ ਹੁੰਦਾ ਉਹੀ ਉਹਦੇ ਢਿੱਡ 'ਚ ਹੁੰਦਾ। ਮਹਾਰਾਜ ਕਹਿੰਦੇ ਉਹ ਇੱਕ ਸਾਰ ਹੁੰਦੇ ਆ, ਅੰਦਰੋਂ ਤੇ ਬਾਹਰੋਂ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਇੱਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਹੁਣ ਉਹ ਅਸਲ 'ਚ ਇਹਨੂੰ ਡਿਫਾਈਨ ਕਿਵੇਂ ਕੀਤਾ ਜਾਏ? ਦੇਖੋ ਬੜੀ ਵਾਰੀ ਬੇਨਤੀ ਕੀਤੀ, ਜਿਹੜੇ ਸ਼ਲੋਕ ਨੇ ਨਾ, ਇਹ ਨੇ ਪੂਰੀ ਅਸ਼ਟਪਦੀ ਦੀ ਵਿਆਖਿਆ ਤੇ ਪੂਰੀ ਅਸ਼ਟਪਦੀ ਸ਼ਲੋਕ ਦੀ ਵਿਆਖਿਆ ਕਿ ਆਓ ਤੁਹਾਨੂੰ ਬ੍ਰਹਮ ਗਿਆਨੀ ਦੇ ਲੱਛਣ ਦੱਸੀਏ, ਜਿਹਦਾ ਮਨ ਤੇ ਮੁਖ ਸਾਚਾ ਹੈ, ਜਿਹੜਾ ਕੇਵਲ ਇੱਕ ਨਾਲ ਜੁੜਿਆ ਰਹਿੰਦਾ। ਤੇ ਪਹਿਲੀ ਪੌੜੀ ਮੈਂ ਕੇਵਲ ਅੱਜ ਲਈ ਕਿ ਇਸ ਜਨ ਦੀ ਵਡਿਆਈ ਕਰੀ। ਗੁਰੂ ਸਾਹਿਬ ਕਹਿੰਦੇ ਉਹਦੇ ਵਿੱਚ ਇਹ ਗੁਣ ਹੁੰਦਾ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਹੁਣ ਗੁਣ ਸੁਣੋ, ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਇੰਨਾ ਨਿਰਲੇਪ ਹੋਣਾ ਚਾਹੀਦਾ ਜਾਂ ਹੁੰਦਾ, ਜਿਵੇਂ ਗੁਰੂ ਸਾਹਿਬ ਜੀ ਕਹਿੰਦੇ ਜੈਸੇ ਜਲ ਮੈਂ ਕਮਲ ਅਲੇਪ। ਇਹਦੇ ਅਰਥ ਨੇ ਚਿੱਕੜ ਦੇ ਵਿੱਚ ਕਮਲ ਉੱਗਦਾ, ਪਰ ਇਹ ਨਹੀਂ ਜੇ ਚਿੱਕੜ ਦਾ ਵਹਾਅ ਵਧੇ ਤੇ ਕਮਲ ਡੁੱਬ ਕੇ ਗੰਧਲਾ ਹੋ ਜਾਂਦਾ, ਬਿਲਕੁਲ ਨਹੀਂ। ਜਿੰਨਾ ਛੱਪੜ ਦਾ ਪਾਣੀ ਮੀਂਹ ਕਰਕੇ ਵਧੇਗਾ, ਦਰਿਆਵਾਂ ਦੇ ਪਾਣੀ ਆਣ ਕਰਕੇ ਵਧੇਗਾ, ਕਮਲ ਤੁਸੀਂ ਵੇਖੋ ਨਾ ਫੁੱਟ ਉੱਚਾ ਹੁੰਦਾ। ਕਹਿੰਦੇ ਉਹ ਮਹਾਂਪੁਰਖ ਰਹਿੰਦੇ ਸੰਸਾਰ 'ਚ ਨੇ ਤੇ ਸੰਸਾਰ ਨੂੰ ਗੰਦਗੀ ਦਾ, ਵਿਕਾਰਾਂ ਦਾ, ਐਸ਼ੋ ਇਸ਼ਰਤ ਦਾ ਚਿੱਕੜ ਮੰਨਿਆ ਗਿਆ। ਤੇ ਜੇ ਅਸੀਂ ਕਹੀਏ ਪਾਪ ਵੱਧ ਗਏ ਤੇ ਇਹਨਾਂ ਪਾਪਾਂ 'ਚ ਕੀ ਸੰਤ ਵੀ ਲਬਰੇਜ ਨੇ? ਬਿਲਕੁਲ ਨਹੀਂ। ਸੰਤ ਉਸ ਕਮਲ ਦੇ ਫੁੱਲ ਵਰਗੇ ਆ, ਭਾਵੇਂ ਧਰਤੀ ਤੇ ਸਿਖਰ ਦਾ ਕਲਯੁਗ ਹੋਵੇ, ਉਹ ਕਮਲ ਦੇ ਫੁੱਲ ਵਾਂਗ ਉੱਪਰ ਹੀ ਰਹਿੰਦੇ ਆ, ਉਹਨਾਂ ਨੂੰ ਲੇਪ ਸ਼ੇਪ ਨਹੀਂ ਲੱਗਦਾ। ਕਵੀ ਆਪਣੇ ਮਹਾਰਾਜ ਕਹਿੰਦੇ ਫਿਰ ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਸੂਰ ਦੇ ਅਰਥ ਨੇ ਇੱਥੇ ਸੂਰਜ। ਕਹਿੰਦੇ ਸੂਰਜ ਇੱਕ ਸੁਭਾਅ ਕੀ ਆ? ਸੂਰਜ ਤੇ
ਉਹ ਹਰ ਚੀਜ਼ ਨੂੰ ਸੁਕਾ ਦਿੰਦਾ ਹੈ। ਉਹਦੇ ਅੱਗੇ ਕੋਈ ਸ਼ੈ ਪਾ ਦਿਓ ਉਹਨੇ ਸੁਕਾ ਦੇਣਾ, ਉਹ ਚੋਂ ਰਸ ਮੁਕਾ ਦੇਣਾ। ਕਹਿੰਦੇ ਜਿਹੜੇ ਸੰਤ ਭਗਤ ਹੁੰਦੇ ਨੇ ਉਹ ਵੀ ਸੱਚ ਜਾਣੇ ਉਸ ਸੂਰਜ ਦੇ ਪ੍ਰਤਾਪ ਵਰਗੇ ਹੁੰਦੇ, ਜਿਨ੍ਹਾਂ ਨੂੰ ਕੋਈ ਦੁੱਖ ਨਹੀਂ ਹੁੰਦਾ। ਉਹਨਾਂ ਨੇ ਜ਼ਿੰਦਗੀ 'ਚ ਹਰ ਐਬ ਜਿਹੜੇ ਨੇ ਦੁਨਿਆਵੀ ਫਿੱਕੇ ਰਸ ਨੂੰ ਉਹ ਸੁਕਾ ਕੇ ਤੇ ਪਰਮੇਸ਼ਰ ਦੇ ਨਾਮ ਦੇ ਰਸ 'ਚ ਉਹ ਜੁੜੇ ਹੁੰਦੇ। ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ। ਗੁਰੂ ਸਾਹਿਬ ਕਹਿੰਦੇ ਬ੍ਰਹਮ ਗਿਆਨੀ ਦੀ ਜਿਹੜੀ ਦ੍ਰਿਸ਼ਟੀ ਹੈ ਨਾ, ਵੇਖੋ ਸਾਡੀ ਦ੍ਰਿਸ਼ਟੀ ਕੀ ਹੈ। ਮੱਝ ਕਹਿੰਦੇ ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨਿਚਲ ਨਾਹੀ ਚੀਤ। ਅਸੀਂ ਇੱਕ ਨੂੰ ਮਿੱਤਰ ਬਣਾਉਂਦੇ ਹਾਂ ਤੇ ਦੂਜੇ ਨੂੰ ਅਸੀਂ ਦੁਸ਼ਮਣ ਬਣਾਉਂਦੇ ਹਾਂ। ਇੱਕ ਦੇ ਨਾਲ ਅਸੀਂ ਸਾਂਝ ਰੱਖਾਂਗੇ, ਦੂਜੇ ਨੂੰ ਕੈੜੀ ਅੱਖ ਨਾਲ ਵੇਖਾਂਗੇ। ਮਰਜ ਕਹਿੰਦੇ ਏਦਾਂ ਕਰਨ ਦੇ ਨਾਲ ਦੁਨੀਆ ਨੂੰ ਭਰਮਾ ਸਕਦਾ, ਧਰਮੀ ਬਣ ਕੇ ਰੱਬ ਦੀ ਪ੍ਰਾਪਤੀ ਨਹੀਂ। ਕਿਉਂਕਿ ਰੱਬ ਨੂੰ ਪਾਉਣ ਦੇ ਲਈ ਤੇਰੀ ਦ੍ਰਿਸ਼ਟੀ ਸਮਤਲਤਾ ਚਾਹੀਦੀ। ਕਬੀਰ ਦੀ ਲੋਕ ਨਿੰਦਿਆ ਕਰਦੇ ਰਹੇ ਤੇ ਕਬੀਰ ਕਹਿੰਦਾ ਸੀ ਇਹਨੂੰ ਤਨਖਾਹ ਦਿਆ ਕਰ, ਜੋ ਘਰ 'ਚ ਹੈ ਦਈ ਜਾ ਇਹਨੂੰ। ਪੋਤੋ ਦਾ ਕਮਾਲ ਕਹਿਣ ਲੱਗਾ ਤੁਹਾਡੀ ਉਹ ਨਿੰਦਿਆ ਕਰਦਾ ਕਥਾ 'ਚ ਤੇ ਤੁਸੀਂ ਉਹਨੂੰ ਦਿਹਾੜੀ ਦਿੰਦੇ ਹੋ। ਉਹ ਕਹਿਣ ਲੱਗਾ ਬਿਲਕੁਲ ਇਹ ਗੱਲਾਂ ਤੈਨੂੰ ਸਮਝ ਨਹੀਂ ਆਉਣੀਆਂ, ਕਦੇ ਸਮਝਾਵਾਂਗੇ। ਸੋ ਇਹ ਵੱਡੀ ਸਾਖੀ ਆ। ਕਹਿਣ ਤੋਂ ਭਾਵ ਜਿਹੜੇ ਸੰਤ ਭਗਤ ਨੇ ਉਹਨਾਂ ਦੀ ਦ੍ਰਿਸ਼ਟੀ ਬੜੀ ਇਕਸਾਰ ਹੁੰਦੀ ਆ। ਪਰ ਹੁਣ ਇੱਕ ਉਦਾਹਰਨ ਚਾਹੀਦੀ ਨਾ ਕਿ ਕਿਵੇਂ। ਫਿਰ ਮਹਾਰਾਜ ਕਹਿੰਦੇ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ। ਪਵਾਨ ਕਹਿੰਦੇ ਹਵਾ, ਰਾਜ ਕਹਿੰਦੇ ਰਾਜੇ ਨੂੰ, ਰੰਗ ਕਹਿੰਦੇ ਗਰੀਬ ਨੂੰ। ਹਵਾ ਚੱਲੇ ਨਾ ਕਦੇ ਵਿਤਕਰਾ ਨਹੀਂ ਕਰਦੀ ਕਿ ਇੱਕ ਦਿਹਾੜੀਦਾਰ ਹੈ ਮੈਂ ਇਹਨੂੰ ਕਿਉਂ ਠੰਡ ਦੇਵਾਂ, ਇਹ ਤਾਂ ਭਾਈ ਰਾਜਾ ਹੈ ਇਹਨੂੰ ਮੈਂ ਵੱਧ ਹਵਾ ਦੇਣੀ ਨਹੀਂ। ਹਵਾ ਜਦੋਂ ਚੱਲਦੀ ਆ ਗਰੀਬ ਲਈ ਵੀ ਓਨੀ, ਅਮੀਰ ਲਈ ਵੀ ਓਨੀ। ਉਹ ਕੱਖਾਂ ਦੀਆਂ ਕੁਲੀਆਂ 'ਚ ਰਹਿਣ ਵਾਲਿਆਂ ਲਈ ਵੀ ਓਨੀ ਠੰਡ, ਤੇ ਸੱਚ ਇਵੇਂ ਰਾਜੇ ਲਈ ਵੀ। ਜਿਵੇਂ ਹਵਾ ਜਦੋਂ ਚੱਲੇ ਉਹਦੀ ਸ਼ੀਤਲਤਾ ਵਿਤਕਰਾ ਨਹੀਂ ਕਰਦੀ, ਸੰਤ ਦੀ ਦ੍ਰਿਸ਼ਟੀ ਵੀ ਸੱਚ ਜਾਣਿਓ ਵਿਤਕਰਾ ਨਹੀਂ ਕਰਦੀ। ਤੇ ਜਿਹੜਾ ਵਿਤਕਰਾ ਕਰੇ ਉਹ ਅਜੇ ਸੰਪੂਰਨ ਹੋਇਆ ਹੀ ਨਹੀਂ। ਅਖੀਰ ਤੇ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੈ ਧੀਰਜ ਏਕ। ਬ੍ਰਹਮ ਗਿਆਨੀ 'ਚ ਇੰਨਾ ਧੀਰਜ ਹੋਣਾ ਚਾਹੀਦਾ। ਕਿੰਨਾ ਜੀ? ਮਹਾਰਾਜ ਸੱਚੇ ਪਿਤਾ ਜੀ ਕਹਿੰਦੇ ਜੋ ਬਸਦਾ ਕੋ ਖੋਦੈ ਕੋ ਚੰਦਨ ਲੈ। ਵੈਸੇ ਦੇ ਅਰਥ ਬੜੇ ਸੰਖੇਪ ਅਸੀਂ ਚੱਲ ਰਹੇ। ਕਹਿੰਦੇ ਬ੍ਰਹਮ ਗਿਆਨੀ 'ਚ ਧੀਰਜ ਧਰਤੀ ਵਰਗਾ ਚਾਹੀਦਾ। ਤੁਸੀਂ ਕਹੋਗੇ ਧਰਤੀ 'ਚ ਕਿਹੜਾ ਗੁਣ ਹੈ? ਵੇਖੋ ਧਰਤੀ ਨੂੰ ਲੋਕ ਜਿਹੜੇ ਨੇ ਟਰੈਕਟਰਾਂ ਨਾਲ ਵਾਹਦੇ ਆ, ਕਿੱਡੀਆਂ ਕਿੱਡੀਆਂ JCBਆਂ ਦੇ ਉੱਤੇ ਮਸ਼ੀਨਾਂ ਚੱਲਦੇ, ਟੋਏ ਪੱਟੇ ਜਾਂਦੇ। ਪਰ ਧਰਤੀ ਨੇ ਕਦੇ ਕਿਹਾ ਮੈਨੂੰ ਦਰਦ ਹੁੰਦੀ ਆ? ਕਦੇ ਧਰਤੀ ਨੇ ਕਿਹਾ ਮੈਨੂੰ ਪੀੜਾ ਹੁੰਦੀ ਆ? ਨਹੀਂ। ਕਹਿੰਦੇ ਉੱਤੇ ਹੱਲਾਂ ਚੱਲਣ ਟਰੈਕਟਰ ਦੇ, ਜਿਹੜੀਆਂ ਨੇ ਭਾਵੇਂ ਸੁਹਾਗੇ ਚੱਲਣ, ਹੋਰ ਬਹੁਤ ਕੁਝ, ਪਰ ਧਰਤੀ ਦਾ ਸੁਭਾਅ ਹੈ ਉਹ ਆਪਣੇ ਆਪ ਦੇ ਚੀਰ ਫਾੜ ਕਰਾ ਕੇ ਵੀ ਅਨਾਜ ਦਿੰਦੀ ਹੈ। ਧਰਤੀ ਦਾ ਸੁਭਾਅ ਹੈ ਪਾਣੀ 'ਚ ਡੂੰਘੇ ਬੋਰ ਕਰਾ ਕੇ ਵੀ ਸਾਨੂੰ ਪਾਣੀ ਦਿੰਦੀ ਆ, ਹੋਰ ਧਾਤਾਂ ਦਿੰਦੀ ਆ। ਦੂਜੀ ਬੇਨਤੀ, ਜੇ ਕੋਈ ਕਵੇ ਮੈਂ ਧਰਤੀ ਤੇ ਚੰਦਨ ਦਾ ਲੇਪਨ ਕਰਦਿਆਂ, ਮਹਾਰਾਜ ਕਹਿੰਦੇ ਧਰਤੀ ਤੇ ਭਾਵੇਂ ਚੰਦਨ ਦਾ ਲੇਪਨ ਕਰੋ, ਭਾਵੇਂ ਧਰਤੀ ਨੂੰ ਪੁੱਟੀ ਚਲੋ ਕਈਆਂ ਦੇ ਨਾਲ, ਧਰਤੀ 'ਚ ਇੰਨਾ ਧੀਰਜ ਸੱਚ ਜਾਣਿਓ ਪੁੱਟਣ ਵਾਲਿਆਂ ਦਾ ਬੁਰਾ ਨਹੀਂ ਮਨਾਉਂਦੀ, ਤੇ ਜਿਹੜੇ ਚੰਦਨ ਨਾਲ ਲੇਪਨ ਕਰਨ ਉਹਨਾਂ ਦੀ ਵਡਿਆਈਆਂ 'ਚ ਨਹੀਂ ਆਉਂਦੀ। ਸੰਤ ਦਾ ਸੁਭਾਅ ਇਦਾਂ ਦਾ ਚਾਹੀਦਾ। ਕਈ ਵਾਰੀ ਨਾ ਕਿਉਂਕਿ ਸਮਾਜ ਦੀ ਅਵਸਥਾ ਉਨੀ ਨਹੀਂ ਹੁੰਦੀ, ਉਹ ਸੰਤਾਂ ਨੂੰ ਜੱਜ ਨਹੀਂ ਕਰ ਪਾਉਂਦੇ ਤੇ ਆਪਣੀ ਬੁੱਧੀ ਅਨੁਸਾਰ ਜਿੱਥੇ ਡੰਬੀਆਂ ਨੂੰ ਜਿਹੜੇ ਕਹਿ ਲੋ ਕਿ ਬਹੁਤ ਜ਼ਿਆਦਾ ਡਿੱਗੇ ਹੁੰਦੇ ਆ ਉਹਨਾਂ ਦੀ ਨਿੰਦਿਆ ਕਰਦੇ ਆ, ਉੱਥੇ ਕਈ ਵਾਰੀ ਉਹ ਸੱਚਿਆਂ ਨੂੰ ਵੀ ਰਗੜ ਜਾਂਦੇ। ਪਰ ਨਹੀਂ, ਮੱਝ ਸੱਚੇ ਪਿਤਾ ਜੀ ਕਹਿੰਦੇ ਸੱਚਿਆਂ ਦੇ ਨਾਲ ਤਾਂ ਰੱਬ ਇੰਨਾ ਪਿਆਰ ਕਰਦਾ ਨਾ। ਸੰਗਤ ਜੀ ਜੇ ਸੰਤ ਦੁਖੀ ਤੇ ਰੱਬ ਕਹਿੰਦਾ ਮੈਂ ਦੁਖੀ, ਤੇ ਜੇ ਮੇਰੇ ਸੰਤ ਸੁਖੀ ਤੇ ਰੱਬ ਜੀ ਕਹਿੰਦੇ ਮੈਂ ਸੁਖੀ। ਬੜੀਆਂ ਸੌਖੀਆਂ ਤੁਕਾਂ ਪੜੋਗੇ ਨਾਲ। ਸੰਤਨ ਦੁੱਖ ਪਾਏ ਤੇ ਦੁਖੀ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ, ਕਹਿੰਦੇ ਜਦੋਂ ਜਦੋਂ ਸੰਤਾਂ ਤੇ ਦੁੱਖ ਆਏ ਨੇ ਉਦੋਂ ਉਦੋਂ ਰੱਬ ਵੀ ਰੋਇਆ। ਤੇ ਸੰਤਨ ਸੁਖ ਪਾਏ ਤੇ ਸੁਖੀ। ਪਰ ਜਦੋਂ ਜਦੋਂ ਨਾਮ ਅਭਿਆਸ 'ਚ ਰਹਿ ਕੇ ਦੁਨੀਆ ਨੇ ਸੰਤਾਂ ਦੀ ਸ਼ੋਭਾ ਕੀਤੀ, ਸਤਿਕਾਰ ਕੀਤਾ, ਕਹਿੰਦੇ ਸੰਤਾਂ ਦੀ ਸ਼ੋਭਾ, ਸੰਤਾਂ ਦਾ ਸੁੱਖ ਹੀ ਰੱਬ ਤੋਂ ਵੱਡਾ ਸੁੱਖ ਹੈ। ਅੱਜ ਹਿੰਦੁਸਤਾਨ ਦੀ ਦੁਰਦਸ਼ਾ ਕਿਉਂ ਹੁੰਦੀ ਆ? ਅੱਜ ਇਸ ਕਰਕੇ ਕਿ ਅੱਜ ਜਪਣ ਵਾਲਿਆਂ ਨੂੰ ਵੀ ਜੇਲਾਂ ਨੇ, ਅੱਜ ਅੰਮ੍ਰਿਤ ਦੇ ਪ੍ਰਚਾਰ ਕਰਨ ਵਾਲਿਆਂ ਤੇ ਵੀ ਤਸ਼ੱਦਦ ਹੈ, ਸੰਤਾਂ ਨੂੰ ਵੀ ਟੌਰਚਰ ਕੀਤਾ ਜਾਂਦਾ ਹੈ, ਤੇ ਜਿਹੜੇ ਫਰੇਬੀ ਦੰਮੀ ਨੇ ਉਹ ਕੁਰਸੀਆਂ ਤੇ ਬਹਿ ਕੇ ਸਾਡੇ ਤੇ ਰਾਜ ਕਰ ਰਹੇ ਆ। ਸੋ ਸੱਚੇ ਪਿਤਾ ਮਿਹਰਮਤ ਕਰੇ, ਆਪਾਂ ਵੀ ਉਸ ਸੰਤ ਦੀ ਭਾਲ ਕਰੀਏ ਜਿਸ ਸੰਤ ਦੇ ਨਾਲ ਜੁੜਿਆ ਸਾਨੂੰ ਗੁਰੂ ਨਾਨਕ ਦੀ
ਪ੍ਰਾਪਤੀ ਹੋਵੇ, ਗੁਰਬਾਣੀ ਦੇ ਸਹੀ ਅਰਥਾਂ ਦੀ ਸਮਝ ਆਵੇ, ਆਪ ਕੋਈ ਜੁੜੇ ਹੋਵਣ ਤੇ ਸਾਨੂੰ ਵੀ ਟੁੱਟਿਆਂ ਨੂੰ ਵਾਹਿਗੁਰੂ ਜੀ ਨਾਲ ਜੋੜ ਦੇਣ ਜੀ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।